ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਨਦਰ ਕਰਦੇ ਹੋ ਮਹਾਰਾਜ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ 32ਵੀਂ ਪੌੜੀ ਦੀ ਵਿਚਾਰ ਕਰਨੀ ਹੈ। ਜੇ ਕੋਈ ਪੜ੍ਹ ਦੇਵੇ 32ਵੀਂ ਪੌੜੀ, ਫਿਰ ਅਸੀਂ ਉਹਦੀ ਵਿਚਾਰ ਸ਼ੁਰੂ ਕਰੀਏ। ਇਦੂ ਜੀਬੋ ਲਖ ਹੋਈ, ਲਖ ਹੋਵੇ ਲਖ ਵੀਸ, ਲਖ ਲਖ ਗੇੜਾ ਆਖੀਏ, ਏਕ ਨਾਮ ਜਗਦੀਸ਼। ਏਤ ਰਾਹ ਪਤ ਪਵੜੀਏ, ਚੜੀਏ ਹੋਈ ਕੀਸ। ਸੁਣ ਗਲਾ ਆਕਾश ਕੀ, ਕਿੱਡਾ ਆਈ ਰੀਸ। ਨਾਨਕ ਨਦਰੀ ਪਾਈਏ, ਕੂੜੀ ਕੂੜੇ ਠੀਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੱਡਾ ਪ੍ਰਸ਼ਨ ਜੀਵਨ ਦਾ ਦੁੱਖ ਦਾ ਔਰ ਦਰਦ ਦਾ ਹੈ, ਜਿਹਦੇ ਜਵਾਬ ਵਿੱਚ ਇਨਸਾਨ ਭਾਲਦਾ ਰਹਿੰਦਾ ਹੈ, ਇਸ ਦੁੱਖ ਦੀ ਕੀ ਨਿਜਾਤ ਹੈ, ਕਿਹਦਾ ਛੁਟਕਾਰਾ ਪਏਗਾ। ਸਾਹਿਬ ਨੇ ਸਾਨੂੰ ਸਾਧਨਾ ਦੇ ਕੁਛ ਭੇਦ ਜਪਜੀ ਵਿੱਚ ਖੋਲ੍ਹੇ ਹਨ। ਗਾਵੀਏ ਸੁਣੀਏ ਮਨ ਰੱਖੀਏ ਪਾਓ, ਦੁੱਖ ਪਰ ਹਰ ਸੁੱਖ ਕਰ ਲੈ ਜਾਏ। ਇਸੇ ਤਰ੍ਹਾਂ ਸਾਹਿਬ ਨੇ ਕਿਹਾ ਹੈ ਕਿ ਜਦੋਂ ਅਸੀਂ ਸਿਮਰਨ ਵਿੱਚ ਉਤਰਦੇ ਹਾਂ, ਅਭਿਆਸ ਵਿੱਚ ਉਤਰਦੇ ਹਾਂ, ਤਾਂ ਮਨ ਸਾਧਦੇ ਜਾਂਦੇ ਹਾਂ। ਕਰਮੀ ਆਵੇ ਕੱਪੜਾ, ਨਦਰੀ ਮੋਖ ਦੁਆਰ। ਸਾਹਿਬ ਨੇ ਸਾਨੂੰ ਇਹ ਵੀ ਪ੍ਰਸ਼ਨ ਉਠਾਏ ਹਨ ਜੀਵਨ ਵਿੱਚ ਕਿ ਕਿਵ ਸਚਿਆਰਾ ਹੋਈਏ, ਕਿਵ ਕੂੜੇ ਟੁੱਟੇ ਪਾਲ। ਤਾਂ ਹੁਕਮ ਦੀ ਰਜ਼ਾ ਵਿੱਚ ਚੱਲਣਾ ਇੱਕ ਸਾਧਨਾ ਹੈ। ਫੇਰ ਕੇ ਅੱਗੇ ਰੱਖੀਏ ਜਿਤ ਦਿਸੇ ਦਰਬਾਰ, ਮੂੰਹ ਕੀ ਬੋਲਣ ਬੋਲੀਏ, ਜਿਤ ਸੁਣ ਧਰੇ ਪਿਆਰ। ਅੰਮ੍ਰਿਤ ਵੇਲਾ ਸੱਚ ਨਾਉ, ਵਡਿਆਈ ਵਿਚਾਰ। ਇਹ ਵੀ ਸਾਧਨਾ ਹੈ। ਸਾਧਨਾ ਕਿਸ ਨੂੰ ਹੈ? ਲੋੜ ਕੀ ਹੈ ਸਾਧਨ ਦੀ? ਇੱਕ ਜੰਗਲ ਵਿੱਚ ਇੱਕ ਆਜ਼ਾਦ ਜਾਨਵਰ ਫਿਰਦਾ ਹੈ, ਕਿਸੇ ਦੇ ਕਾਬੂ ਨਹੀਂ ਹੈ, ਔਰ ਉਸ ਨੂੰ ਮਾਰਨ ਲਈ ਇੱਕ ਜਨਾ ਉਸ ਨੂੰ ਮਾਰਨ ਲਈ ਫਿਰਦਾ ਹੈ। ਤਾਂ ਉਹ ਜਾਨਵਰ ਆਪਣਾ ਵੀ ਹੁਣ ਨੁਕਸਾਨ ਕਰੇਗਾ, ਔਰ ਉਸ ਨੂੰ ਆਪਣਾ ਹੀ ਭਲਾ ਔਰ ਚੰਗਾ ਨਹੀਂ ਪਤਾ ਹੈ। ਮਨ ਨੂੰ ਵੀ ਸਾਧਨ ਦਾ ਕਾਰਨ ਇਹੀ ਹੈ ਕਿ ਮਨ ਦੀ ਕੁਛ ਅੰਤਰ ਹੈ, ਅੰਤःਕਰਨ ਦੀਆਂ ਬਿਰਤੀਆਂ ਨੇ। ਇੱਕ ਤਾਂ ਮਨ ਸਦਾ ਹੀ ਚੰਚਲ ਹੈ, ਕਦੇ ਵੀ ਥਿਰ ਨਹੀਂ ਰਹਿੰਦਾ ਹੈ, ਔਰ ਇੱਕ ਮਨ ਆਪਣੇ ਸੰਸਕਾਰਾਂ ਕਰਕੇ ਮੇਰੇ ਤੋਂ ਬੇਕਾਬੂ ਹੈ। ਮੈਂ ਇਹਨੂੰ ਕਾਬੂ ਕਰਨ ਦੇ ਯਤਨ ਕਰਦਾ ਹਾਂ, ਤਾਂ ਇਹ ਜਿਹੜਾ ਸ਼ੇਰ ਫਿਰਦਾ ਜੰਗਲ 'ਚ ਹੈ, ਮੇਰਾ ਮਨ ਹੀ ਹੈ। ਔਰ ਕਾਲ ਰੂਪੀ ਹਥਿਆਰਾ ਇਸ ਨੂੰ ਲੱਭਦਾ ਹੈ। ਜਦੋਂ ਕਾਲ ਨੂੰ ਮੌਕਾ ਲੱਗੇਗਾ, ਮੇਰੀ ਵੀ ਹੱਤਿਆ ਕਰ ਦੇਗਾ। ਇਹ ਜੋ ਦੁਨੀਆ ਦੇ ਵਿੱਚ ਹਾਰ ਔਰ ਜਿੱਤ ਦੇ ਫੈਸਲੇ ਨੇ, ਹਨ ਤੇ ਬੜੇ ਸਿੱਧੇ, ਪਰ ਇਹਨਾਂ ਨੂੰ ਰੁਕ ਕੇ ਦੇਖਣ ਦਾ ਸਮਾਂ ਹੀ ਕਿਸੇ ਕੋਲ ਨਹੀਂ ਹੈ। ਕੁਛ ਚਿਰ ਲਈ ਜੀਵਨ ਖਲੋ ਜਾਏ ਤਾਂ ਸ਼ਾਇਦ ਦਿਖੇ
ਕਿ ਜੀਵਨ ਹੈ ਕੀ, ਪਰ ਜੀਵਨ ਕਦੇ ਖਲੋਦਾ ਨਹੀਂ ਹੈ। ਇਹ ਸੰਸਾਰ ਜਿਹੜਾ ਹੈ ਜਿਵੇਂ ਇੱਕ ਚੱਕਰ ਚੱਲਦਾ ਹੋਏ ਲਗਾਤਾਰ ਚੱਲਦਾ ਹੀ ਰਹਿੰਦਾ ਹੈ। ਮੈਨੂੰ ਵੀ ਖਲੋਣ ਦਾ ਸਮਾਂ ਨਹੀਂ ਹੈ, ਮਨ ਨੂੰ ਕੀ ਖਲੋਵਾਂਗਾ ਮੈਂ। ਕਿਹੜੀ ਯਤਨ ਨੇ ਜਿਹਦੇ ਨਾਲ ਮਨ ਸਾਧਿਆ ਜਾਏਗਾ? ਇਹ ਵਿਚਾਰ ਗੁਰੂ ਸਾਹਿਬ ਇਸ ਬਾਣੀ ਵਿੱਚ ਤੁਹਾਨੂੰ ਦੱਸਦੇ ਹਨ। ਦਰਅਸਲ ਹੁਣ ਪੰਥ ਵਿੱਚ ਇੱਕ ਇਹੋ ਜਿਹੀ ਗੱਲ ਵੀ ਚੱਲ ਗਈ ਜਿੱਥੇ ਜਾਪ ਨੂੰ ਬਹੁਤ ਜ਼ਿਆਦਾ ਮਾਨਤਾ ਨਹੀਂ ਦਿੱਤੀ ਜਾਂਦੀ। ਇਸ ਭਾਵਨਾ ਵਿੱਚ ਮੈਂ ਦੇਖਿਆ ਕਿ ਇਸ ਪੌੜੀ ਦੇ ਵੀ ਅੱਖਰ ਜਿਹੜੇ ਨੇ ਅਲੱਗ-ਅਲੱਗ ਤਰੀਕੇ ਨਾਲ ਹੋ ਰਹੇ ਹਨ। ਉਹ ਜਿਸ ਦੀ ਜੋ ਭਾਵਨਾ ਹੋਏ ਠੀਕ ਹੈ। ਕਿਸੇ ਦਾ ਵੀ ਇਹ ਕਹਿਣਾ ਕਿ ਮੇਰੇ ਅਰਥ ਹੀ ਠੀਕ ਨੇ ਬਾਣੀ ਦੇ ਗਲਤ ਹੋ ਜਾਏਗਾ ਫੰਡਾਮੈਂਟਲੀ। ਪਰ ਮਨ ਦੇ ਅੰਦਰ ਰਹਿ ਕੇ ਮਨ ਨੂੰ ਕਿਵੇਂ ਜਿੱਤਿਆ ਜਾ ਸਕਦਾ ਹੈ, ਇਹ ਵਿਚਾਰ ਬਹੁਤ ਜ਼ਰੂਰੀ ਹੈ। ਚੇਂਜਿੰਗ ਮਾਈਂਡ ਦੇ ਵਿੱਚ ਜਿਹੜਾ ਸਦਾ ਹੀ ਅਸਥਿਰ ਹੈ, ਉਸ ਦੇ ਵਿੱਚ ਰਹਿ ਕੇ ਮੈਂ ਉਸ ਨੂੰ ਕਿਵੇਂ ਸੁਧਾਰ ਪਾਵਾਂਗਾ? ਇਹ ਮੈਨੂੰ ਲੱਗਦਾ ਬਹੁਤ ਲਾਜ਼ਮੀ ਪ੍ਰਸ਼ਨ ਹੈ। ਮੈਂ ਤਾਂ ਬਾਰ-ਬਾਰ ਇਸ ਨੂੰ ਇਕੁਏਟ ਕਰਦਾ ਕਿ ਬੱਸ ਦੇ ਵਿੱਚ ਚੜ੍ਹ ਕੇ ਬੱਸ ਨੂੰ ਧੱਕਾ ਮਾਰੋਗੇ, ਬੱਸ ਕਿਵੇਂ ਚੱਲੇਗੀ? ਮਨ ਦੇ ਬਾਹਰ ਜਾਣਾ ਪਏਗਾ ਮਨ ਨੂੰ ਸਾਧਨ ਲਈ। ਮਨ ਦੇ ਅੰਦਰ ਰਹਿ ਕੇ ਆਪ ਹੀ ਅਸੀਂ ਚੇਂਜਿੰਗ ਹਾਂ। ਸਾਡੇ ਕੋਲ ਕੋਈ ਥਿਰ ਜਗ੍ਹਾ ਨਹੀਂ, ਕੋਈ ਸਥਾਨ ਨਹੀਂ, ਕੋਈ ਇਹੋ ਜਿਹੀ ਵਿਧੀ ਨਹੀਂ ਜਿਹਦੇ ਨਾਲ ਅਸੀਂ ਮਨ ਨੂੰ ਸਾਧ ਸਕੀਏ, ਕਿਉਂਕਿ ਅਸੀਂ ਆਪ ਹੀ ਥਿਰ ਹਾਂ, ਥਿਰ ਨਹੀਂ ਹਾਂ। ਔਰ ਸ਼ਬਦ ਨੂੰ ਵੀ ਫਿਰ ਅਸੀਂ ਅਭਿਆਸਾਂਗੇ ਤਾਂ ਉਹ ਵੀ ਥਿਰ ਕਿਵੇਂ ਰਹੇਗਾ ਜਦ ਮੈਂ ਹੀ ਥਿਰ ਨਹੀਂ ਹਾਂ। ਮਨ ਨੂੰ ਸਾਧਨਾ ਹੈ। ਇਹ ਤੇ ਚਲੋ ਇੱਕ ਐਗਰੀਮੈਂਟ ਹੈ। ਇੱਕ ਤਰੀਕਾ ਲੋਕਾਂ ਨੇ ਇਹ ਕੱਢਿਆ ਕਿ ਵਿਚਾਰ ਨਾਲ ਮਨ ਨੂੰ ਸਾਧ ਲਈਏ। ਜਿਵੇਂ ਕਿ ਮੈਨੂੰ ਵਿਚਾਰ ਆਉਂਦੇ ਹੈ, ਮੈਂ ਬਾਣੀ ਦੇ ਵਿਚਾਰ ਉਸ ਤੋਂ ਉਹਦੇ ਉੱਪਰ ਲਗਾ ਕੇ ਤੇ ਮੈਂ ਫਿਰ ਉਸ ਨੂੰ ਸਾਧਨਾ। ਬਹੁਤ ਜ਼ਿਆਦਾ ਸਕਸੈਸਫੁਲ ਨਹੀਂ ਹੈ। ਥੋੜ੍ਹਾ ਜਿਹਾ ਵੀ ਪ੍ਰੈਸ਼ਰ ਆਏਗਾ ਮਨ 'ਤੇ ਕਰੈਕ ਕਰ ਜਾਏਗਾ, ਕਿਉਂਕਿ ਫੰਡਾਮੈਂਟਲੀ ਮਨ ਦੇ ਸਬਕੌਨਸ਼ੀਅਸ ਵਿੱਚ, ਮਨ ਦੇ ਅੰਤਹਿਕਰਨ ਵਿੱਚ ਜੋ ਮੇਰਾ ਕੂੜਾ ਭਰਿਆ ਹੈ, ਉਹਦੀ ਸਫਾਈ ਜਦ ਤੱਕ ਨਹੀਂ ਹੋਏਗੀ ਮੈਂ ਹਲਕਾ ਨਹੀਂ ਹੋ ਪਾਵਾਂਗਾ। ਕੂੜੇ ਦਾ ਮਤਲਬ ਕੀ ਹੈ? ਜਿਤਨੇ ਵੀ ਸੰਸਕਾਰ ਨੇ, ਕਰਮ ਨੇ, ਇੱਛਾਵਾਂ ਨੇ, ਮੇਰੀ ਦੌੜਾਂ ਨੇ, ਇਨਕੰਪਲੀਟ ਥਾਟਸ ਨੇ, ਫਰਸਟ੍ਰੇਸ਼ਨਸ ਨੇ, ਜੋ ਵੀ ਕੁਝ ਗਹਿਨ ਕਰ ਗਈ ਮਨ ਦੇ ਅੰਦਰ, ਉਹ ਅੰਦਰ ਹੀ ਪਈਆਂ ਹੈ। ਉਹਨਾਂ ਦੀ ਸਫਾਈ ਦੀ ਲੋੜ ਹੈ। ਇਹ ਤੇ ਸਾਹਿਬ ਨੇ ਸਾਨੂੰ ਸਮਝਾਇਆ ਕਿ ਜਿਵੇਂ ਕੱਪੜੇ ਨੂੰ ਧੋਈਦਾ ਹੈ ਸਾਬੁਨ ਨਾਲ, ਪਰ ਇਹ ਮਤ ਪਾਪਾ ਕੇ ਸੰਗ ਉਹ ਧੋਪੇ ਨਾਮੇ ਕੇ ਰੰਗ। ਇਹਨੂੰ ਧੋਣਾ ਹੈ ਤੇ ਨਾਮ ਦੇ ਰੰਗ ਨਾਲ ਧੋਣਾ ਹੈ। ਇਸ ਕਰਕੇ ਕਦੇ ਅਸੀਂ ਅਗਰ ਧਿਆਨ 'ਚ ਬੈਠੀਏ ਸ਼ਬਦ ਦੇ, ਤਾਂ ਪਹਿਲੇ ਮਨ ਨੂੰ ਸ਼ਾਂਤ ਜ਼ਰੂਰ ਕਰੀਏ, ਕਿਉਂਕਿ ਮਨ ਦਾ ਸ਼ੁੱਧ ਹੋਣਾ ਅਭਿਆਸ ਵਾਸਤੇ ਜ਼ਰੂਰੀ ਹੈ। ਨਹੀਂ ਤੇ ਮਨ ਜਿਸ ਭਾਵਨਾ ਵਿੱਚ ਅਸੀਂ ਬੈਠਾਂਗੇ ਉਹ ਰੀਇਨਫੋਰਸ ਹੋ ਜਾਏਗਾ। ਅਸੀਂ ਗੁੱਸੇ ਵੱਲ ਬੈਠਾਂਗੇ ਤਾਂ ਹੋਰ ਗੁੱਸਾ ਹੋ ਕੇ ਉੱਠਾਂਗੇ। ਇੱਕ ਹਾਰਵਰਡ ਦੀ ਮੈਂ ਕੱਲ੍ਹ ਰਿਸਰਚ ਪੜ੍ਹਦਾ ਸੀ ਧਿਆਨ ਦੇ ਉੱਪਰ ਕਿ ਉਹਨਾਂ ਨੇ ਇਹ ਦੇਖਿਆ ਕਿ 50% ਲੋਕ ਇਹੋ ਜਿਹੇ ਨੇ ਜਿਹੜੇ ਬੇਚੈਨ ਹੋ ਜਾ ਰਹੇ ਨੇ ਇਸ ਮੈਡੀਟੇਸ਼ਨ ਟੈਕਨੀਕਸ ਤੋਂ ਜਾਂ ਜੋ ਕੁਝ ਹੋ ਰਿਹਾ ਹੈ। ਜੇ ਅਸੀਂ ਬੇਚੈਨੀ 'ਚ ਬੈਠਾਂਗੇ ਤਾਂ ਬੇਚੈਨ ਹੋਵਾਂਗੇ। ਜੇ ਅਸੀਂ ਮਨ ਨੂੰ ਥੋੜ੍ਹਾ ਜਿਹਾ ਸ਼ਾਂਤ ਕਰਕੇ ਰਿਲੈਕਸ ਕਰਕੇ ਬੈਠਾਂਗੇ ਤਾਂ ਹੋਰ ਰਿਲੈਕਸ ਹੋ ਕੇ ਉੱਠਾਂਗੇ। ਮਨ ਉਹਨਾਂ ਚੀਜ਼ਾਂ ਨੂੰ ਰੀਇਨਫੋਰਸ ਕਰ ਦਿੰਦਾ ਜਿਹੜਾ ਅਸੀਂ ਉਹਦੇ ਉੱਪਰ ਪਾਉਂਦੇ ਹਾਂ। ਉਸ ਨੂੰ ਉਸੇ ਸ਼ੇਪ ਵਿੱਚ ਉਹ ਲੈ ਲੈਂਦਾ ਹੈ। ਮਨ ਦੇ 2-3 ਅੰਡਰਸਟੈਂਡਿੰਗ ਫਿਨੋਮੀਨਾ ਜ਼ਰੂਰੀ ਨੇ। ਜਿਵੇਂ ਕਿ ਅਸੀਂ ਇੱਕ ਪਾਣੀ ਦੇ ਤਲਾਬ ਦੇ ਨਾਲ ਬੈਠ ਜਾਈਏ ਜਿਹੜਾ ਮਿੱਟੀ ਨਾਲ ਭਰਿਆ ਹੋਏ, ਤਾਂ ਅਸੀਂ ਉਹਦਾ ਕਦੇ ਵੀ ਤਲਾਬ ਦਾ ਤਹਿ ਨਹੀਂ ਦੇਖ ਪਾਵਾਂਗੇ। ਉਹਦਾ ਬਾਟਮ ਕੀ ਹੈ ਉਹ ਨਹੀਂ ਦੇਖ ਪਾਵਾਂਗੇ।
ਪਰ ਇਸੇ ਮਟੀਲੇ ਪਾਣੀ ਨੂੰ ਅਸੀਂ ਬੈਠਣ ਦਈਏ ਮਿੱਟੀ ਨੂੰ, ਜੋ ਵੀ ਸਮਾਂ ਲੱਗੇ। ਜਦੋਂ ਇਸ ਮਟੀਲੇ ਪਾਣੀ ਦੀ ਮਿੱਟੀ ਬੈਠ ਜਾਏ ਔਰ ਇਹਦੇ ਛਿਲਚੁਲ ਨਾ ਹੋਏ ਤਾਂ ਅਸੀਂ ਦੇਖ ਪਾਵਾਂਗੇ ਕਿ ਕੀ ਹੈ ਥੱਲੇ। ਮਨ ਦੀ ਜਿਹੜੇ ਅੰਤਿਕਰਨ ਵਿੱਚ ਇੱਕ ਵਸਤੂ ਛਿਪੀ ਹੈ, ਉਹ ਮੇਰੀ ਮਟੀਲੇ ਪਾਣੀ ਕਰਕੇ ਹੀ ਮੇਰੇ ਤੋਂ ਛਿਪੀ ਹੈ। ਮੇਰੇ ਮਨ ਦੇ ਵਿੱਚ ਭਰੇ ਹੋਏ ਗੁਬਾਰ, ਜਿਹੜੇ ਵਿਆਕੁਲਤਾ, ਪਰੇਸ਼ਾਨੀਆਂ, ਟੈਨਸ਼ਨਸ ਜਾਂ ਸੰਸਕਾਰ ਜੋ ਵੀ ਨੇ ਕਹਿ ਲਈਏ, ਉਹ ਇਸ ਸਾਰੇ ਨੂੰ ਢਕੇ ਹੋਏ ਹੈ। ਤਾਂ ਮਹਾਰਾਜ ਇਹਨੂੰ ਕੂੜ ਦੀ ਦੀਵਾਰ ਕਹਿੰਦੇ ਕਿ ਦੀਵਾਰ ਤਾਂ ਕੂੜ ਦੀ ਦੇ ਦੋ ਭਾਵ ਹੁੰਦੇ। ਇੱਕ ਤਾਂ ਹੈ ਕੂੜ ਹੀ, ਜੋ ਮੇਰੇ ਹੰਕਾਰ ਤੋਂ ਜਨਮ ਲਿਆ ਹੈ, ਉਹ ਸਭ ਕੂੜ ਹੈ। ਔਰ ਇੱਕ ਉਹ ਦੀਵਾਰ ਵੀ ਕੂੜ ਦੀ ਹੈ, ਮਤਲਬ ਕਿ ਉਹ ਦੀਵਾਰ ਵੀ ਜਿਹੜੀ ਹੈ ਪੱਕੀ ਨਹੀਂ ਹੈ, ਸਦਾ ਲਈ ਨਹੀਂ ਹੈ। ਦੋ ਭਾਵ ਨੇ ਇਹਦੇ। ਸਦਾ ਲਈ ਤੇ ਮਨ ਦੇ ਅੰਦਰ ਜੋਤ ਔਰ ਆਨੰਦ ਹੀ ਹੈ। ਜੇ ਅਸੀਂ ਉਸ ਜੋਤ ਔਰ ਆਨੰਦ ਤੋਂ ਟੁੱਟ ਕੇ ਜੀਵਨ ਜੀਵਾਂਗੇ ਤਾਂ ਕੁਛ ਵੀ ਸਮਝ ਲਓ, ਮਨ ਟ੍ਰੈਜਡੀ ਬਣੇਗਾ, ਅੱਜ ਨਹੀਂ ਤੇ ਕੱਲ। ਉਹ ਟ੍ਰੈਜਡੀ ਵਾਲਾ ਮਨ ਹੀ ਹੈ ਜਿੱਥੇ ਅਸੀਂ ਜੀਂਦੇ ਹਾਂ। ਔਰ ਜਿਸ ਦਿਨ ਅਸੀਂ ਉਸ ਦੀ ਬਾਂਡਾ ਤੋੜ ਕੇ ਮਹਾਰਾਜ ਦੇ ਹੁਕਮ ਦੇ ਅਨੁਸਾਰ, ਮਹਾਰਾਜ ਦੇ ਆਦੇਸ਼ੇ ਅਨੁਸਾਰ ਜਿਹੜੇ ਅਸੀਂ ਸਮਾਂ ਸਾਨੂੰ ਮਿਲਿਆ ਹੈ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਕੁਛ ਕਰਨ ਦੀ ਤਾਂ ਲੋੜ ਹੈ। ਇਹ ਜਿਹੜੀ ਅੱਜ ਦੀ ਸੁਸਾਇਟੀ ਦੀ ਬਣਤ ਹੈ, ਇਹ ਤੇ ਜਿਵੇਂ ਇੱਕ ਗੱਡੀ ਫਾਸਟ ਸਪੀਡ ਦੇ ਵਿੱਚ ਦੀਵਾਰ ਦੇ ਅੰਦਰ ਦੀ ਤਰਫ ਜਾਣ ਲੱਗੀ ਹੈ ਔਰ ਇਹ ਕ੍ਰੈਸ਼ ਹੋਇਆ ਸੋ ਹੋਇਆ, ਇਸ ਤਰ੍ਹਾਂ ਮਨ ਦਾ ਭਾਵ ਹੈ ਇਸ ਵੇਲੇ। ਔਰ ਅਗਰ ਇਸ ਨੂੰ ਡੂੰਘੀ ਤਰ੍ਹਾਂ ਵਿਚਾਰੀਏ ਤੇ ਸਾਰੀ ਸ੍ਰਿਸ਼ਟੀ ਹੀ ਇਸੇ ਪਾਸੇ ਚੱਲ ਰਹੀ ਹੈ। ਬਹੁਤ ਲੰਬੀ ਗੱਲ ਹੈ, ਮੈਂ ਅਗਰ ਇਹਨੂੰ ਲੰਬਾ ਲਿਜਾਵਾਂਗਾ ਤੇ ਬਹੁਤ ਸਮਾਂ ਨਿਕਲੇਗਾ। ਪਰ ਮਨ ਦੇ ਦੁਐਤ ਦੇ ਵਿੱਚ ਰਹਿੰਦੇ ਹੋਏ ਇਨਸਾਨ ਨੇ ਆਪਣੇ ਅੰਤਰ ਔਰ ਬਾਹਰ ਦੋਨਾਂ ਦੀ ਖੇਡ ਗਵਾ ਦਿੱਤੀ। ਦਰਅਸਲ ਗੱਲ ਹੀ ਇਸੇ ਤਰ੍ਹਾਂ ਹੈ ਕਿ ਅੰਤਰ ਦੀ ਖੇਡ ਫੜੇ ਬਿਨਾ ਬਾਹਰ ਦੀ ਬਣ ਹੀ ਨਹੀਂ ਸਕਦੀ। ਔਰ ਇਤਨਾ ਸਮਾਂ ਇਨਸਾਨ ਇਹੀ ਸੋਚਦਾ ਰਿਹਾ ਕਿ ਸਾਰੀ ਖੇਡ ਹੀ ਬਾਹਰ ਹੈ, ਅੰਤਰ ਤੇ ਕੁਛ ਹੈ ਹੀ ਨਹੀਂ। ਕੁਛ ਲੋਕਾਂ ਨੇ ਜਾਣਿਆ, ਜਿਨ੍ਹਾਂ ਨੇ ਜਾਣਿਆ ਉਹਨਾਂ ਨੇ ਸ਼ੋਰ ਵੀ ਮਚਾਇਆ। ਪਰ ਦੇਖੋ ਸਮਾਂ ਇਹੋ ਜਿਹਾ ਹੀ ਹੈ। ਸੁਸਾਈਡਲ ਲੋਕਾਂ ਦਾ ਜੀਵਨ ਚੱਲਦਾ ਅੱਜ ਕੱਲ੍ਹ। ਪੂਰੀ ਸੁਸਾਇਟੀ ਦੀ ਸੁਸਾਈਡ ਵੱਲ ਜਾ ਰਹੀ ਹੈ। ਮਤਲਬ ਕੀ ਹੈ? ਮਨ ਨੂੰ ਵੇਚ ਰਹੀ ਹੈ ਭਾਂਡੇ ਮੁਫਤ ਵਿੱਚ। ਇਹ ਮੌਕਾ ਪੂਰੀ ਤਰ੍ਹਾਂ ਗਵਾਉਣ ਦੇ ਵਿੱਚ ਦਵੈਤ, ਦਵੈਸ਼, ਹੰਕਾਰ, ਹੇਟਰੇਟ, ਕ੍ਰੋਧ, ਕਾਮ ਇਹਦੇ ਵਿੱਚ ਗ੍ਰਸਤ ਕਰਕੇ ਇਹਨੂੰ ਪੂਰੀ ਤਰ੍ਹਾਂ ਲਿਪਤ ਹੈ। ਔਰ ਇਹਦੇ ਜਿਹੜੇ ਰਿਜ਼ਲਟਸ ਨੇ, ਇਹ ਤਾਂ ਆਉਣ ਵਾਲਾ ਸਮਾਂ ਵੀ ਥੋੜ੍ਹਾ ਨੇੜੇ ਹੀ ਹੈ, ਦੂਰ ਨਹੀਂ ਹੈ। ਇਹ ਤਾਂ ਸਭ ਐਟ ਸਟੇਕ ਹੈ ਇਸ ਵੇਲੇ। ਦੁਨੀਆ ਪੂਰੀ, ਬਾਹਰਲੀ ਦੁਨੀਆ ਵੀ ਔਰ ਅੰਤਰਲੀ ਵੀ। ਅਸੀਂ ਸਾਰੇ ਆਪਣੇ ਆਪਣੇ ਘਰਾਂ ਵਿੱਚ ਆਪਣੇ ਆਪਣੇ ਕਾਰਨਾਂ ਕਰਕੇ ਪਰੇਸ਼ਾਨ ਹਾਂ। ਪਰ ਇਹ ਦੁਨੀਆ ਦੀ ਪਰੇਸ਼ਾਨੀ ਵੀ ਹੈ, ਇੱਕ ਬੜੀ ਮਸਲਾ ਹੈ। ਔਰ ਮੂਰਖਾਂ ਨੇ ਇਸ ਨੂੰ ਕਾਬੂ ਕਰ ਲਿਆ। ਮਨ ਨੂੰ ਸਾਧਣਾ, ਮਨ ਨੂੰ ਸਾਧਨ ਦਾ ਕੀ ਮਤਲਬ ਹੈ? ਇੱਕ ਤਾਂ ਇਹਦੀ ਭਟਕਣਾ ਖਤਮ ਹੋ ਜਾਏ। ਮਹਾਰਾਜ ਸਾਨੂੰ ਬਾਣੀ 'ਚ ਵੀ ਦੱਸਦੇ ਹੈ, ਤੁਮਰੀ ਕਿਰਪਾ ਤੇ ਮੋਹ ਮਾਨ ਛੂਟੇ, ਬਿਨਸ ਜਾਏ ਪਰਮਾਈ, ਭ੍ਰਮਣ ਮੁੱਕ ਜਾਏ ਦਾ। ਕਿਵੇਂ ਮੁੱਕੇਗਾ? ਕਹਿੰਦੇ ਨੇ ਮੋਹ ਔਰ ਮਾਨ ਤਿਆਗ ਦਿਆਂਗੇ ਤਾਂ ਖੜਾ ਹੋ ਜਾਏਗਾ। ਕਿਸ ਕਰਕੇ ਭੱਜਦਾ ਹੈ ਬਾਹਰ? ਡਿਜ਼ਾਇਰਸ ਕਰਕੇ। ਉਹ ਡਿਜ਼ਾਇਰ ਜਿਹੜੀਆਂ ਨੇ ਉਹ ਸਟਿਮੂਲੇਟ ਹੁੰਦੀ ਹੈ ਮੋਹ ਤੋਂ ਔਰ ਮਾਣ ਤੋਂ।
ਜੇ ਮੈਂ ਉਹਨਾਂ ਤੋਂ ਮੁਕਤ ਹੋ ਜਾਵਾਂ ਤੇ ਖੜਾ ਹੋ ਜਾਏਗਾ, ਥਿਰ ਹੋ ਜਾਏਗਾ। ਇਹ ਤੁਮਰੀ ਕਿਰਪਾ ਤੇ ਮੋਹਮਾਨ ਛੂਟੇ, ਬਿਨ ਸਜਾਏ ਭਰਮਾਈ, ਭ੍ਰਮਣ ਮੁੱਕ ਜਾਏਗਾ ਫਿਰ। ਔਰ ਸਭ ਤੋਂ ਜ਼ਿਆਦਾ ਪਰੇਸ਼ਾਨੀ ਇਨਸਾਨ ਨੂੰ ਅੰਤਰ ਦੇ ਭ੍ਰਮਣ ਤੋਂ ਹੈ। ਉਹ ਕਿਉਂਕਿ ਅੰਤਰ ਪਰੇਸ਼ਾਨ ਹੈ, ਇਸ ਕਰਕੇ ਬਾਹਰ ਵੀ ਪਰੇਸ਼ਾਨੀਆਂ ਹੀ ਦਿਖਦੀਆਂ ਵੀ ਹੈ ਔਰ ਕ੍ਰੀਏਟ ਵੀ ਕਰਦਾ ਹੈ। ਸਲਿਊਸ਼ਨਸ ਸਿਰਫ ਅੰਦਰੋਂ ਬਾਹਰ ਆਉਣਗੇ। ਅਗਰ ਉਹਨੂੰ ਨਹੀਂ, ਸਲਿਊਸ਼ਨ ਵੱਲ ਨਹੀਂ ਜਾਵਾਂਗੇ ਅੰਦਰ, ਤਾਂ ਪ੍ਰੋਬਲਮਸ ਬਾਹਰ ਆਉਣਗੀਆਂ, ਜਿਸ ਤਰ੍ਹਾਂ ਹੁਣ ਆ ਗਈਆਂ। ਕਈ ਲੋਕ ਹੁਣ ਵਿਚਾਰਦੇ ਹੈ, ਪਰ ਇਹਦਾ ਸਲਿਊਸ਼ਨ ਹੁਣ ਵੀ ਨਹੀਂ ਸਮਝ ਆ ਰਹੀ ਦੁਨੀਆ ਨੂੰ ਕਿ ਅੰਤਰ ਮਨ ਵਿੱਚ ਹੈ, ਬਾਹਰ ਨਹੀਂ ਹੈ। ਸਾਹਿਬ ਨੇ ਦੇਖੋ, ਸਾਨੂੰ ਕਈ ਵਾਰ ਇਹ ਲੱਗਦਾ ਹੈ ਕਿ ਅਸੀਂ ਗੁਰੂ ਨਾਨਕ ਸਾਹਿਬ ਨੂੰ ਖੁਸ਼ ਕਰ ਦਿਆਂਗੇ ਜਾਂ ਗੁਰੂ ਗੋਬਿੰਦ ਸਿੰਘ ਸਾਹਿਬ ਖੁਸ਼ ਤਾਂ ਪ੍ਰੇਮ ਨਾਲ ਗੁਰੂ ਕਦ ਹਮੇਸ਼ਾ ਹੋਏਗਾ ਹੀ ਪ੍ਰੇਮ ਨਾਲ ਖੁਸ਼। ਪਰ ਇਹ ਉਹਨਾਂ ਨੂੰ ਕੋਲ ਤਾਂ ਬੇਅੰਤ ਭੰਡਾਰੇ ਨੇ ਖੁਸ਼ੀ ਦੇ, ਆਨੰਦ ਦੇ। ਉਹਨਾਂ ਤੋਂ ਕੋਈ ਅਕਸ ਨਹੀਂ ਹੈ ਇਸ ਗੱਲ ਦਾ। ਇਹ ਤਾਂ ਸਾਡੀ ਸੁੱਖ ਔਰ ਦੁੱਖ ਦੀ ਕਹਾਣੀ ਖਰਾਬ ਹੋ ਰਹੀ ਹੈ, ਤਾਂ ਇਹਦਾ ਭ੍ਰਮਣ ਮੁੱਕ ਜਾਏ। ਦੂਸਰਾ, ਇਹ ਜਿਹੜਾ ਇਕਾਗਰਤਾ ਵੱਲ ਜਾ ਕੇ ਸੁਰਤ ਦੇ ਰੂਪ ਵਿੱਚ ਮਨ ਪ੍ਰਗਟ ਹੋ ਜਾਏ। ਸੁਰਤ ਦੀ ਗੱਲ ਅਸੀਂ ਬਹੁਤ ਲੰਬੀ ਕਰ ਚੁੱਕੇ ਹਾਂ। ਦਰਅਸਲ ਮੈਂ ਕਰਕੇ ਸਾਰੀ ਪਰੇਸ਼ਾਨੀਆਂ ਨੇ। ਜਿਸ ਦਿਨ ਮੈਂ ਗਿਰ ਗਿਆ, ਉਸ ਦਿਨ ਕੀ ਪਰੇਸ਼ਾਨੀ ਹੋਏਗੀ। ਗਾਲਿਬ ਦਾ ਵੀ ਇੱਕ ਸ਼ੇਰ ਹੈ, ਕਹਿੰਦਾ ਕਿ ਡੁਬੋਇਆ ਮੁਝਕੋ ਹੋਨੇ ਨੇ, ਨਾ ਹੋਤਾ ਮੈਂ ਤਾਂ ਕਿਆ ਹੋਤਾ। ਗੱਲ ਕੀ ਹੈ ਕਿ ਇਸ ਹੋਣ ਵਿੱਚ ਕੋਈ ਦਿੱਕਤ ਨਹੀਂ ਹੈ, ਪਰ ਇਸ ਹੋਣ ਦੇ ਵਿੱਚ ਰੁਕ ਜਾਣਾ ਉਹ ਦਿੱਕਤ ਹੈ। ਕਿ ਮੈਂ ਆਪਣੇ ਹੰਕਾਰ ਨੂੰ ਵਰਤ ਸਕਾਂ, ਉਸ ਤੋਂ ਵਰਤਿਆ ਨਾ ਜਾਵਾਂ। ਉਹ ਤਾਂ ਹੀ ਹੋਏਗਾ ਜੇ ਮੈਂ ਇਸ ਤੋਂ ਪਾਰ ਜਾ ਸਕਾਂਗਾ। ਜੇ ਮੈਂ ਇਹਦੇ ਵਿੱਚ ਹੀ ਰਵਾਂਗਾ, ਇਸ ਦੀ ਬਿੱਤ ਦੇ ਵਿੱਚ ਹੀ ਰਵਾਂਗਾ, ਫਿਰ ਇਹ ਮੇਰਾ ਮਾਲਕ ਹੈ, ਮੈਂ ਨੌਕਰ ਹਾਂ। ਇਹ ਜਿਸ ਤਰ੍ਹਾਂ ਮੈਨੂੰ ਚਾਹੇਗਾ ਮੈਨੂੰ ਖੇਡ ਦੇਗਾ। ਮੇਰੀ ਦੁਨੀਆ ਨੂੰ, ਮੇਰੇ ਜੀਵਨ ਨੂੰ, ਮੇਰੇ ਪੂਰੇ ਕਰਮਾਂ ਦੇ ਸਾਈਕਲ ਨੂੰ, ਸਭ ਨੂੰ ਕੰਟਰੋਲ ਕਰ ਲਏਗਾ। ਮੈਂ ਵਿਕ ਜਾਵਾਂਗਾ ਕੌਡੀਆਂ ਦੇ ਪਾ, ਜਦ ਕਿ ਦੀਵਾਰ ਦੇ ਉਸ ਪਾਰ, ਜਸਟ ਅਕ੍ਰੋਸ, ਹੀਰਾ ਪਿਆ ਹੈ। ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ। ਇਹ ਗੱਲ ਨਹੀਂ ਸਮਝ ਆਉਂਦੀ ਸਾਨੂੰ। ਸ਼ਾਇਦ ਸਮਝ ਆ ਜਾਏ ਤੇ ਅਸੀਂ ਸਭ ਕੁਝ ਛੱਡ ਕੇ ਇਹਦੇ ਪਾਸੇ ਐਨਰਜੀ ਲਗਾ ਦਈਏ। ਕਈ ਸੁਸਾਇਟੀਜ਼ ਖੜੀਆਂ ਹੋਈਆਂ, ਦੇਖੋ ਬੜੀ ਪਿਆਰੀਆਂ ਨੇ, ਮੈਨੂੰ ਵੀ ਕਈ ਵਾਰ ਅੱਛਾ ਲੱਗਦਾ ਹੈ। ਇੱਕ ਦੋਦੜੇ ਇਸ ਤਰ੍ਹਾਂ ਦੇ ਉਹਨਾਂ ਨੇ ਸੰਗਤ ਬਣਾਈ ਆਪਸ ਦੀ। ਹੁਣ ਉਹਦੇ ਵਿੱਚ ਵੀ ਈਰਖਾ ਵੀ ਹੋਣਗੀਆਂ ਲੋਕਾਂ ਦੀਆਂ, ਮੈਨੂੰ ਲੱਗਦਾ, ਅਤੇ ਇਨਸਾਨ ਦੀ ਫਿਤਰਤ ਹੈ। ਪਰ ਜਿੱਥੇ ਨਾਮ ਦਾ ਅਭਿਆਸ ਹੁੰਦਾ ਹੈ, ਉੱਥੇ ਕਈਆਂ ਨੂੰ ਲਾਭ ਹੁੰਦਾ ਹੈ। ਫਿਰ ਉਹ ਐਨਰਜੀ ਸੈਂਟਰ ਬਣ ਜਾਂਦੇ ਹੈ ਲਾਈਟ ਦੇ, ਹਨੇਰੇ ਦੇ ਵਿੱਚ। ਇਸ ਤਰ੍ਹਾਂ ਦੀ ਸੁਸਾਇਟੀ ਅਸੀਂ ਲੋਕ ਬਣਾ ਸਕਦੇ ਹਾਂ। ਤੋੜਨ ਵਿੱਚ ਤਾਂ ਬਹੁਤ ਤਿਆਰ ਹੈ ਦੁਨੀਆ, ਦੂਸਰੇ ਨੂੰ ਫੇਲ ਕਰਨ ਵਿੱਚ ਵੀ ਤਿਆਰ ਹੈ, ਕਿਉਂਕਿ ਆਪ ਪਾਸ ਹੋਣ ਦੀ ਬੜੀ ਜਲਦੀ ਹੈ। ਜੇ ਮੈਂ ਇਮਤਿਹਾਨ ਦੇ ਵਿੱਚ 50 ਬੱਚੇ ਹੋਣ, 49 ਪੇਪਰ ਹੀ ਮੈਂ ਫਾੜ ਕੇ ਸਿੱਟ ਦਿਆਂ, ਤੇ ਮੈਂ ਤੇ ਫਸਟ ਆ ਹੀ ਗਿਆ। ਫਿਰ ਮੈਨੂੰ ਬੜੀ ਜਲਦੀ ਹੈ। ਗੁਰਮਤ ਵਿੱਚ ਵੀ ਇਹੀ ਹੁੰਦਾ ਅੱਜ ਕੱਲ੍ਹ। ਤੋੜਨ ਦਾ ਕੋਈ ਕਾਰਨ ਨਹੀਂ ਦਿਖਦਾ। ਸੂਰਜ ਪ੍ਰਕਾਸ਼ ਗ੍ਰੰਥ ਦੇ ਕਿੰਤੂ ਪਰੰਤੂ ਹੁੰਦੇ ਹੈ, ਮੰਨੀ ਜਾ ਸਕਦੀ ਗੱਲ, ਪਰ ਤੋੜਨ ਦਾ ਕਾਰਨ ਕੀ ਹੈ? ਆਪਸ ਵਿੱਚ ਸੁਲਝਾ ਕਿਉਂ ਨਹੀਂ ਸਕਦੇ ਅਸੀਂ? ਕਿਉਂਕਿ ਮਨ ਪਰੇਸ਼ਾਨ ਹੈ, ਦੂਸਰੇ ਨੂੰ ਫੇਲ ਕਰਨ ਵਿੱਚ ਹੀ ਪਾਸ ਹੋਊਂਗਾ ਮੈਂ। ਇਹੀ ਕਾਰਨ ਸਾਰੇ ਬਿਰਤੀ ਇਸੇ ਤਰ੍ਹਾਂ ਚੱਲਦੀ ਹੈ। ਬੜੀ ਜਲਦੀ ਹੈ ਸਾਨੂੰ ਸਭ ਨੂੰ ਤੋੜਨ ਵਿੱਚ। ਇਹ ਸੂਰਜ ਪ੍ਰਕਾਸ਼ ਗ੍ਰੰਥ ਦੇ ਕਈ ਇਸ਼ੂ ਜਿਹੜੇ ਰੇਜ਼ ਹੋਏ, ਕੁਛ ਇੱਕ ਦੋ ਉਹਦੇ 'ਚ ਗਲਤ ਵੀ ਨੇ,
ਮੈਂ ਆਪਣੀ ਮਨ ਦੀ ਫਰਸਟ੍ਰੇਸ਼ਨਸ ਦੇ ਕਾਰਨ ਜੋ ਪੜ੍ਹਦਾ ਵਾਂ ਉਹਨੂੰ ਰੰਗ ਦਿੰਦਾ ਵਾਂ, ਤਾਂ ਫਿਰ ਮੈਨੂੰ ਕੁਝ ਹੋਰ ਦਿਖਦਾ ਹੈ। ਇਸ ਤਰ੍ਹਾਂ ਦੇ ਬਾਈਬਲ ਦੇ ਵਿੱਚ ਕੁਝ ਪੜ੍ਹਿਆ ਹੀ ਨਾ ਜਾ ਸਕੇ, ਬਹੁਤ ਥੋੜ੍ਹਾ ਬਾਈਬਲ ਵਿੱਚ, ਜੋ ਬਾਕੀ ਤਾਂ ਕਹਾਣੀਆਂ ਹੀ ਹਨ ਇਸ ਤਰ੍ਹਾਂ ਦੀਆਂ। ਪਰ ਸਾਡੇ ਲੋਕਾਂ ਵਿੱਚ ਤੇਜ਼ੀ ਬੜੀ ਹੈ, ਐਨਰਜੀ ਬੜੀ ਹੈ। ਦਰਅਸਲ ਕਿਉਂ ਹੈ ਨਾ, ਕਾਰਨ ਫਿਰ ਮੁੜ ਕੇ ਉੱਥੇ ਹੀ ਆਉਂਦਾ ਹੈ, ਕਿਉਂਕਿ ਮਨ ਦੇ ਵਿੱਚ ਸੰਤੋਖ ਨਹੀਂ ਹੈ, ਮਨ ਦੇ ਵਿੱਚ ਆਨੰਦ ਨਹੀਂ ਹੈ, ਮਨ ਦੇ ਵਿੱਚ ਖੇੜਾ ਨਹੀਂ ਹੈ। ਇਹ ਸਭ ਕੁਝ ਮੈਂ ਬਾਹਰੋਂ ਲੱਭਦਾ ਵਾਂ। ਤਾਂ ਮੈਂ ਪਾ ਲਏ ਤਾਂ ਵੱਡੇ ਚਿੱਟੇ ਚੋਗੇ ਪਾ ਲਏ, ਜਾਂ ਪੀਲੇ ਪਾ ਲਏ, ਜਾਂ ਨੀਲੇ ਪਾ ਲਏ, ਪਰ ਉਹ ਮਨ ਤਾਂ ਮੇਰਾ ਉਸੇ ਤਰ੍ਹਾਂ ਹੀ ਹੈ, ਉਹਦਾ ਨਹੀਂ ਰੰਗਿਆ ਗਿਆ। ਉਹ ਤਾਂ ਬਾਹਰੋਂ ਹੀ ਲੱਭਦਾ ਸਭ ਕੁਝ। ਤਾਂ ਫਿਰ ਜਦ 4 ਸੰਤ ਬੈਠਣਗੇ ਤੇ 3 ਫੇਲ ਹੋ ਕੇ ਤਾਂ ਮੈਂ ਪਾਸ ਹੋਵਾਂਗਾ, ਐਂਡ ਸਾਰੇ ਸੰਤ। ਸੋ ਮਨ ਦੀ ਜਿਹੜੀ ਅਸੀਂ ਕਹਿ ਲਈਏ ਸਪਿਰਿਚੁਅਲ ਸਾਈਕੋਲੋਜੀ, ਇੱਕ ਸਾਈਕੋਲੋਜੀ ਤੇ ਦੁਨੀਆ ਅੱਜ ਪੜ੍ਹਾ ਰਹੀ ਹੈ, ਸਮਝਾ ਰਹੀ ਹੈ, ਉਹਨਾਂ ਨੂੰ ਕਾਫੀ ਕੁਝ ਇਮੋਸ਼ਨਸ ਬਾਰੇ ਸਮਝ ਆਇਆ ਹੈ, ਪਰ ਜਿਹੜੀ ਹੈ ਸਪਿਰਿਚੁਅਲ ਸਾਈਕੋਲੋਜੀ ਇਹ ਨਹੀਂ ਸਮਝ ਆ ਰਹੀ, ਕਿਉਂਕਿ ਇਹ ਇਮੈਜਨ ਕਰਨੀ ਮੁਸ਼ਕਿਲ ਹੋ ਰਹੀ ਹੈ। ਉਹ ਨਹੀਂ ਸਮਝ ਆਈ, ਸਾਨੂੰ ਉਹ ਸਮਝ ਨਹੀਂ ਹੈ। ਗੁਰੂ ਸਾਹਿਬ ਬਾਰ-ਬਾਰ ਸਾਨੂੰ ਇਸ਼ਾਰਾ ਉਸ ਪਲ ਕਰਦੇ ਹਨ, ਜਦ ਮੁੰਦਾ ਸੰਤੋਖ ਸਰਮਪਤ ਝੋਲੀ, ਧਿਆਨ ਕੀ ਕਰੇ ਵਿਭੂਤ। ਇਹ ਸਾਧਨਾ, ਮਨ ਦੇ ਸਾਧਨ ਦੀ ਵਿਧੀਆਂ ਨੇ। ਇਹ ਜਪਜੀ ਦੀ ਬਾਣੀ ਦਾ ਨਾਮ ਹੀ ਜਪ ਲਿਖਿਆ, ਮਹਾਰਾਜ ਨੇ ਜਪ ਤੋਂ ਸ਼ੁਰੂ ਕੀਤੀ ਕਹਾਣੀ ਸਾਰੀ। ਤੇ ਇਸ ਪੌੜੀ ਵਿੱਚ ਫਿਰ ਕਿਸ ਤਰ੍ਹਾਂ ਜਪ ਤੋਂ ਪਰੇ ਕਿਵੇਂ ਜਾਵਾਂਗੇ? ਅਸੀਂ ਕਹਿ ਦਿਆਂਗੇ ਕਿ ਜਪ ਜਿਹੜਾ ਹੈ ਉਹ ਨਹੀਂ ਹੈ, ਗਲਤ ਹੈ, ਤਾਂ ਬਹੁਤ ਵੱਡਾ ਧੋਖਾ ਕਰ ਲਾਂਗੇ ਆਪਣੇ ਨਾਲ। ਮਨ ਨੂੰ ਸਾਧਣਾ ਹੈ, ਸਾਧਨ ਦੀ ਵਿਧੀ ਸ਼ਬਦ ਹੈ, ਔਰ ਸ਼ਬਦ ਦਾ ਅਭਿਆਸ ਨੂੰ ਅਸੀਂ ਜਪ ਕਹਿੰਦੇ ਹਾਂ। ਕੋਈ ਕਨਫਿਊਜ਼ਨ ਨਹੀਂ ਹੈ। ਮੈਂ ਤਾਂ ਉਹਨਾਂ ਨਾਲ ਬੈਠਿਆ ਜਿਹੜੇ ਉਸ ਪਾਰ ਜਾਏ ਹੋਏ ਹੈ, ਜੋ ਉਹਨਾਂ ਨੇ ਸਮਝਾਇਆ। ਗੱਲ ਇਸ ਪੌੜੀ ਦੀ ਹੁਣ ਕਰੀਏ। ਮਹਾਰਾਜ ਕਹਿ ਰਹੇ ਕਿ, ਔਰ ਇਹ 2 ਪੌੜੀਆਂ ਮੇਰੇ ਖਿਆਲ, ਇਹ ਵਾਲੀ ਔਰ ਅਗਲੀ ਪੌੜੀ ਇਕੱਠੇ ਚੱਲਦੀ, ਕਿਉਂਕਿ ਅਗਲੀ ਪੌੜੀ ਵਿੱਚ ਫਿਰ ਜ਼ੋਰ ਦੀ ਗੱਲ ਕਰਦੇ ਆ ਸਾਹਿਬ, ਕਿ ਜ਼ੋਰ ਨਾਲ ਨਹੀਂ ਮਿਲਦਾ ਹੈ, ਇਹਨਾਂ 'ਚ ਲਿੰਕ ਹੈ। ਮਹਾਰਾਜ ਕਹਿੰਦੇ, ਇੱਕ ਦੂ ਜੀਬੋ ਲੱਖ ਹੋਏ, ਲੱਖ ਹੋਏ, ਲੱਖ 20। ਇੱਕ ਜੀਵ ਹੋਏ, ਇੱਕ ਜ਼ਬਾਨ ਹੋਏ, ਇਹ ਲੱਖ ਹੋ ਜਾਣ, ਔਰ ਲੱਖ ਤੋਂ ਲੱਖ 20 ਹੋ ਜਾਣ। ਇਹ ਗਿਣਤੀ ਤੋਂ ਮੇਰੇ ਖਿਆਲ ਫਿਰ ਲੱਖ ਗੇੜਾ ਆਖੀਏ। ਗੇੜਾ ਸ਼ਬਦ ਬੜਾ ਪ੍ਰੀਤੀ ਹੈ। ਗੇੜੇ ਦਾ ਮਤਲਬ ਕੀ ਬਣਦਾ ਹੈ? ਜਿਹੜਾ ਸਵਾਸ ਗਿਰਾਸ ਸ਼ਬਦ ਪੜ੍ਹੇਗਾ ਉਹ ਗੇੜੇ 'ਚ ਪੜ੍ਹੇਗਾ ਸ਼ਬਦ। ਸਵਾਸ ਅੰਦਰ ਔਰ ਬਾਹਰ ਇੱਕ ਗੇੜੇ ਵਿੱਚ ਚੱਲਦਾ ਹੈ, ਇਸ ਤਰ੍ਹਾਂ ਸ਼ਬਦ ਵੀ ਚੱਲੇਗਾ। ਸਮਾਧੀ ਸ਼ਬਦ, ਸੁਰਤ ਔਰ ਸਵਾਸ ਦਾ ਮਿਲਨ ਹੈ। ਇਹ 3 ਵਸਤੂਆਂ ਦਾ ਮਿਲਣ ਹੈ ਸਮਾਧੀ, ਔਰ ਇਹ ਕਿਸੇ ਨੂੰ ਕਿਰਪਾ ਨਾਲ ਹੀ ਮਿਲਦੀ ਹੈ। ਕਰਨ ਨਾਲ ਇੱਕ ਤਹਿ ਤੱਕ ਜਾਇਆ ਜਾ ਸਕਦਾ, ਉਸ ਤੋਂ ਅੱਗੇ ਨਹੀਂ। ਬੜਾ ਮੁਸ਼ਕਿਲ ਹੋ ਜਾਂਦਾ ਹੈ ਪਾਰ ਕਰਨਾ। ਇਹ ਤਾਂ ਉਹੀ ਕਿਰਪਾ ਕਰੇ। ਤਾਂ ਇਹ ਸਾਹਿਬ ਨੇ ਜੋ ਸਾਨੂੰ ਦੱਸਿਆ ਕਿ ਇੱਕ ਦੂਜੀ ਬੋ ਲੱਖੋ, ਇਹ ਸਦਾ ਹੀ ਨਾਮ ਅਭਿਆਸ ਵਿੱਚ ਜੀਵ ਚਲਦੀ ਰਹੇ। ਜੀਵ ਦੇ ਨਾਲ ਫਿਰ ਇਹ ਇੰਟਰਨਲਾਈਜ਼ ਹੋ ਜਾਏਗੀ, ਸੁਰਤ ਵਿੱਚ ਵਸ ਜਾਏਗੀ, ਮਨ ਦੇ ਵਿੱਚ ਉਹਦਾ ਵਾਸਾ ਹੋ ਜਾਏਗਾ। ਲੱਖ ਹੋਵੇ, ਲੱਖ 20। 1 ਲੱਖ ਹੋ ਜਾਏ ਇੱਕ ਜੀਵ, ਫਿਰ 1 ਤੋਂ 20 ਲੱਖ ਹੋ ਜਾਏ, ਫਿਰ ਉਹਦੇ ਲੱਖਾਂ ਗੇੜੇ ਹੋਣ। ਇਹ ਅਣਗਿਣਤ ਸਮਝ ਲਓ ਤੁਸੀਂ। ਜਾਪ ਦਾ ਅਭਿਆਸ ਜਦੋਂ ਮਨ ਦੇ ਅੰਤःਕਰਨ ਵਿੱਚ ਬੈਠੇਗਾ, ਫਿਰ ਉਹਦੀ ਕੋਈ ਗਿਣਤੀ ਨਹੀਂ ਹੈ। ਉਹਦੀ ਗਿਣਤੀ ਕਰੇਗਾ ਕੌਣ? ਇੱਕ ਸਾਧੂ ਮੈਨੂੰ ਮਿਲਿਆ ਇੱਕ ਵਾਰ, ਤੇ ਉਹਦੇ ਕੋਲ ਇੱਕ ਜਨ ਲੈ ਕੇ ਆਇਆ ਸੀ ਉਹ ਮਾਲਾ। ਤਾਂ ਸਿਆਣਾ ਸੀ ਸਾਧੂ। ਉਹਨੇ ਪੁੱਛਿਆ ਉਹਨੂੰ ਕਿ ਤੁਸੀਂ ਮਾਲਾ ਪੜ੍ਹਦੇ ਹੋ? ਬੋਲਾ ਜੀ ਮੈਂ ਕਰਦਾ, ਇੰਨੀ ਮਾਲਾ ਪੜ੍ਹਦਾ, ਰੋਜ਼ ਦੀਆਂ ਇੰਨੀਆਂ ਕਰਦਾ। ਬੋਲਾ ਚੰਗਾ, ਹੁਣ ਮੈਨੂੰ ਪੜ੍ਹ ਕੇ ਸੁਣਾ।
ਤਾਂ ਉਹਨੇ ਇੱਕ ਮਾਲੇ ਦਾ ਗੇੜ ਕੱਢਿਆ, ਪਤਾ ਨਹੀਂ ਉਹਦੇ 'ਚ 20 ਸੀ ਕਿ 30 ਸੀ ਕਿ 50 ਸੀ, ਮੈਨੂੰ ਯਾਦ ਨਹੀਂ ਹੈ। ਤਾਂ ਖ਼ਤਮ ਹੋਣ 'ਤੇ ਸਾਧੂ ਨੇ ਉਹਨੂੰ ਪੁੱਛਿਆ ਕਿ ਤੂੰ ਬਰਾਬਰ ਪੜ੍ਹੀ, ਕੋਈ ਰਹਿ ਤਾਂ ਨਹੀਂ ਗਈ, ਕੋਈ ਮਣਕਾ ਰਹਿ ਤਾਂ ਨਹੀਂ ਗਿਆ? ਤਾਂ ਉਹਨੇ ਜਵਾਬ ਦਿੱਤਾ, ਨਹੀਂ ਜੀ, ਮੈਂ ਬੜਾ ਧਿਆਨ ਨਾਲ ਪੜ੍ਹ ਰਹੀ ਸੀ, ਕੋਈ ਮਣਕਾ ਨਹੀਂ ਰਹਿ ਗਿਆ। ਤੇ ਸਾਧੂ ਨੇ ਕਿਹਾ, ਫਿਰ ਤੂੰ ਕਾਹਦਾ ਨਾਮ ਜਪ ਰਿਹਾ ਸੀ? ਤੂੰ ਮਣਕੇ ਦਾ ਹੀ ਧਿਆਨ ਕਰਦਾ ਫਿਰਦਾ ਤੇ ਤੇਰਾ ਧਿਆਨ ਬਾਹਰ ਹੀ ਰਹਿ ਗਿਆ, ਅੰਦਰ ਤਾਂ ਗਿਆ ਹੀ ਨਹੀਂ। ਇਹ ਕਾਹਦਾ ਮਣਕਾ ਹੈ ਜਿਹਦੀ ਤੂੰ ਮਣਕਾ ਫੇਰ ਰਿਹਾ? ਤਾਂ ਸੂਫੀ ਦਾ ਗਾਣਾ ਹੈ ਇੱਕ, ਮਨ ਕਾ ਮਣਕਾ ਫੇਰ ਲੈ ਤਾਂ ਤੁਰਤ ਮਿਲਾ ਦੂੰ ਤੋਹੇ। ਮਨ ਦੇ ਅੰਦਰ ਜਿਹੜਾ ਮਣਕਾ ਹੈ ਉਹ ਫੇਰ, ਅੰਤਰ ਜਾ। ਗੱਲ ਸਾਰੀ ਅੰਤਰ ਜਾਣ ਦੀ ਹੈ। ਕਿਸੇ ਨੂੰ ਲੱਗੇ ਕਿ ਮੈਂ ਬਿਨਾਂ ਅੰਤਰ ਜਾਹੇ ਇਹ ਭੇਦ ਖੋਲ੍ਹ ਲਵਾਂਗਾ, ਧੋਖਾ ਹੈ ਆਪਣੇ ਨਾਲ। ਬੜੀ ਪਿਆਰੀ ਗੱਲ ਲੱਗੀ ਮੈਨੂੰ ਕਿ ਸਾਧੂ ਨੇ ਫੜ ਲਿਆ ਉਸਨੂੰ, ਤਾਂ ਉਹਨੂੰ ਸਮਝ ਸ਼ਾਇਦ ਨਹੀਂ ਵੀ ਆਈ ਕਿ ਵੀ ਕੀ ਸਾਧੂ ਕਹਿ ਰਿਹਾ ਹੈ, ਪਰ ਗੱਲ ਬਿਲਕੁਲ ਠੀਕ ਕਹਿ ਰਿਹਾ ਸੀ। ਮਾਲਾ ਫੇਰਦੇ ਹੋਏ ਮਾਲਾ ਦਾ ਹੀ ਧਿਆਨ ਕਰ ਰਹੇ ਹੋ ਕਿ ਵੀ ਮਾਲਾ ਦੇ ਕੋਈ ਮਣਕਾ ਨਾ ਰਹਿ ਜੇ, ਤਾਂ ਗਈ ਕਹਾਣੀ। ਫਿਰ ਕਿਸ ਚੀਜ਼ ਦਾ ਮਣਕਾ ਫੜਦੇ ਹਾਂ ਅਸੀਂ? ਬਾਹਰ ਦਾ। ਧਿਆਨ ਅੰਤਰ ਜਾਣਾ ਹੈ, ਬਾਹਰ ਨਹੀਂ ਆਉਣਾ ਹੈ। ਧਿਆਨ ਕਿਸੇ ਵਸਤੂ ਦਾ ਨਹੀਂ, ਕਿਸੇ ਜਨ ਦਾ ਨਹੀਂ, ਕਿਸੇ ਆਬਜੈਕਟ ਦਾ ਨਹੀਂ, ਕਿਸੇ ਸਥਾਨ ਦਾ ਨਹੀਂ। ਅਸੀਂ ਫਾਰਮੂਲਸ ਨੂੰ ਲੱਭਦੇ ਹਾਂ ਅੰਤਰ ਵਿੱਚ। ਤਾਂ ਸ਼ਬਦ ਦਾ ਧਿਆਨ ਚਾਹੀਦਾ ਹੈ। ਜੇ ਅਸੀਂ ਕਿਸੇ ਜਨ ਦਾ ਧਿਆਨ ਕਰ ਲਾਂਗੇ, ਫਿਰ ਉਸ ਜਨ ਵੱਲ ਮਨ ਤੁਰ ਗਿਆ। ਜਿੱਥੇ ਸਾਡਾ ਮਨ ਧਿਆਨ ਕਰੇਗਾ ਉੱਥੇ ਅਸੀਂ ਪਹੁੰਚ ਜਾਵਾਂਗੇ, ਔਰ ਪਹੁੰਚਦੇ ਹੀ ਹਾਂ। ਸਾਨੂੰ ਸਭ ਨੂੰ ਪਤਾ ਹੈ ਕਿ ਸਾਡੇ ਮਨ ਦੀ ਬਿਰਤੀ ਕੀ ਹੈ, ਕਿੱਧਰ ਜਾਂਦਾ ਹੈ। ਜਿਤਨਾ ਆਜ਼ਾਦ ਮਨ ਹੋਏਗਾ, ਗਗਨ ਦਮਾਮਾ ਬਾਜਿਓ ਪਇਓ ਨਿਸ਼ਾਨੇ ਕਾਓ, ਖੇਤ ਜੂ ਮਾਂਡਿਓ ਸੁਰਮਾ ਅਬ ਚੂਜਨ ਕੋ ਜਾਓ। ਉਹਨਾਂ ਚੂਜਣ ਲਈ ਤਿਆਰ ਹੋ ਜਾਏਗਾ, ਉਹਨਾਂ ਮਸਤੀ 'ਚ ਰਹੇਗਾ। ਮੈਂ ਦੇਖਿਆ ਕਿ ਬਾਦਫਾ ਕਾਲ ਵੀ ਟਲ ਸਕਦਾ ਹੈ, ਪਰ ਕਈ ਵਾਰ ਜਿਹੜੇ ਦੂਸਰਿਆਂ ਦਾ ਕਾਲ ਟਾਲ ਸਕਦੇ, ਆਪਣੇ ਬਾਰੇ ਕੁਝ ਨਹੀਂ ਕਰ ਸਕਦੇ। ਇਹ ਹੁਣ ਹੁਕਮ ਹੈ ਕੁਝ ਜਿਹਦੇ ਵਿੱਚ ਅਸੀਂ ਸਭ ਰਹਿੰਦੇ ਹਾਂ, ਔਰ ਹੁਕਮ ਤੋਂ ਬਾਹਰ ਇੱਕ ਸਵਾਸ ਵੀ ਨਹੀਂ ਲੈ ਪਾਵਾਂਗੇ। ਮਹਾਰਾਜ ਸਾਨੂੰ ਜਾਪ ਵੱਲ ਪ੍ਰੇਰ ਰਹੇ ਹਨ ਕਿ ਜਦੋਂ ਮਨ ਦੀ ਸੁਰਤ ਵਿੱਚ ਸ਼ਬਦ ਸਵਾਸ ਗਿਰਾਸ ਸ਼ਬਦ ਦਾ ਅਭਿਆਸ ਹੋ ਜਾਏ, ਇਹ ਜਿਹੜੀ ਜੀਵ ਹੈ ਇਹ ਲੱਖਾਂ ਜੀਵਾਂ ਬਣ ਜਾਣ। ਮਤਲਬ ਮੇਰਾ ਰੋਮ ਰੋਮ, ਮੇਰਾ ਪੂਰਾ ਸਰੀਰ ਜਾਪ ਕਰੇ। ਲੱਖ ਲੱਖ ਗੇੜਾ ਆਖੀਏ ਏਕ ਨਾਮ ਜਗਦੀਸ਼। ਇੰਨੀ ਹੀ ਗੱਲ ਹੈ ਬਸ। ਪ੍ਰੇਮ ਨਾਲ ਉਸ ਦੇ ਵਿੱਚ ਆਪਣੇ ਆਪ ਨੂੰ ਡੁਬਾ ਦਈਏ। ਇੱਕ ਸੂਫੀ ਗਾਣਾ ਹੈ ਕਿ ਇੱਥੇ ਜੋ ਡੁੱਬਦਾ ਹੈ ਪ੍ਰੇਮ ਵਿੱਚ, ਉਹੀ ਤਰਦਾ ਹੈ। ਤਾਂ ਮਹਾਰਾਜ ਸਾਨੂੰ ਇਸ ਜਾਪ ਦੀ ਵਿਧੀਆਂ ਸਮਝਾ ਰਹੇ ਹਨ। ਇਸ ਇੰਟੈਂਸਿਟੀ ਨਾਲ ਜਾਪ ਕਰਨਾ ਹੈ, ਗਿਣਤੀ ਤੋਂ ਪਰੇ ਦਾ ਜਾਪ ਕਰਨਾ ਹੈ, ਜਦੋਂ ਗਿਣਤੀ ਹੀ ਨਾ ਰਹਿ ਜਾਏ। ਬੇਅੰਤ ਉਹ ਹੈ, ਬੇਅੰਤ ਸਾਡਾ ਜਾਪ ਹੋ ਜਾਏ। ਮਹਾਰਾਜ ਕਹਿੰਦੇ ਨੇ ਇਹ ਤਰਾਹ ਪਤ ਪਵੜੀ ਹੈ। ਪਤ ਦਾ ਅਰਥ ਦੋ ਬਣਦਾ, ਇੱਕ ਤਾਂ ਇੱਜ਼ਤ, ਇੱਕ ਪਤੀ, ਇੱਕ ਮੇਰਾ ਜਿਹੜਾ ਮਿਲਣ ਵਾਲਾ ਨਿਰੰਕਾਰ। ਪਵੜੀ ਹੈ, ਪੌੜੀ ਚੜ੍ਹਦੇ ਆ। ਮਨ ਨੂੰ ਘੜਨਾ ਹੈ ਨਾ, ਫਿਰ ਸਾਹਿਬ ਨੇ ਅਖੀਰ ਦੀ ਪੌੜੀ ਵਿੱਚ ਸਾਨੂੰ ਉਤਾਰਨਾ ਹੀ ਉੱਥੇ ਹੈ। ਜਤ ਪਹਾਰਾ ਧੀਰਜ ਸੁਣਿਆਰ, ਅਹਿਰਨ ਮਤ ਵੇਦ ਹਥਿਆਰ, ਭਾਉ ਖਲਾ ਅਗਣ ਤਪਤਾਓ, ਭਾਂਡਾ ਪਾਓ ਅੰਮ੍ਰਿਤ ਟਿਟਾਲ, ਘੜੀਏ ਸ਼ਬਦ ਸੱਚੀ ਟਕਸਾਲ। ਸਾਰੀ ਜਪਜੀ ਦਾ ਨਿਚੋੜ ਕੱਢ ਕੇ ਸਾਨੂੰ ਖੰਡਾਂ ਦੇ ਵੀ ਦਰਸ਼ਨ ਕਰਾਉਣ ਤੋਂ ਬਾਅਦ, ਸੱਚਖੰਡ ਤੋਂ ਬਾਅਦ ਇਸ ਪੌੜੀ 'ਚ ਲਿਆ ਕੇ ਉਤਾਰਦੇ ਨੇ ਮਨ ਨੂੰ। ਯਤਨ ਕਰਨਾ ਹੈ, ਧੀਰਜ ਨਾਲ ਅਭਿਆਸ ਕਰਨਾ ਹੈ,
ਮਨ ਨੂੰ ਸਟੇਬਲ ਕਰ ਦੇਣਾ, ਖੜਾ ਕਰ ਦੇਣਾ ਸ਼ਬਦ ਦੇ ਵਿੱਚ। ਇਹ ਕਾਲਨਾ ਹੈ, ਪਰ ਇਹਦੇ 'ਚ ਸ਼ਬਦ ਨਾਲ ਹੈ। ਸ਼ੁਰੂ ਕਿੱਥੇ ਕਰਾਂਗੇ? ਵੈਖਰੀ ਬਾਣੀ ਤੋਂ। ਪਹਿਲੇ ਉੱਚਾ ਬੋਲਾਂਗੇ, ਗਾਵੀਏ, ਸੁਣੀਏ, ਮਨ ਰੱਖੀਏ ਪਾਓ, ਤਾਂ ਕਿ ਸਾਰੀ ਸੈਂਸਿਸ ਇਸ ਸ਼ਬਦ ਨਾਲ ਅਬਜ਼ੋਰਵ ਹੋ ਜਾਣ। ਸਾਰੀ ਪੂਰੇ ਪ੍ਰਾਣ ਸ਼ਬਦ ਦੇ ਨੂੰ ਸੁਣ ਲੈਣ। ਸੁਣੇ ਦੀ ਪੂਰੀ ਗਤੀ ਹੋ ਜੇ। ਇੱਥੋਂ ਅਸੀਂ ਅਭਿਆਸ ਕਰਨਾ ਹੈ। ਮਹਾਰਾਜ ਕਹਿੰਦੇ ਨੇ ਫਿਰ ਇਸ ਰਾਹ ਚੜ੍ਹਦੇ ਹੋਏ, ਚੜ੍ਹੀਏ ਹੋਏ ਇੱਕ ਈਸ਼ਵਰ ਦੇ ਰਸਤੇ ਚੱਲ ਪਏਗਾ। ਫਿਰ ਇਹ ਇੱਕ ਈਸ ਹੋ ਜਾਏਗਾ, ਆਪਣਾ ਆਪ ਤਿਆਗ ਕੇ ਉਸ ਪਾਸੇ ਟੁਰ ਜਾਏਗਾ। ਦੇਖੋ, ਜਿਨ੍ਹਾਂ ਨਾਲ ਮੈਂ ਰਿਹਾ ਉਹਨਾਂ ਨੇ 2 ਵਾਰੀ ਇੱਕੋ ਚੌਕੜੀ 'ਚ ਅਖੰਡ ਪਾਠ ਕੀਤਾ। ਇੱਕ ਵਾਰੀ ਕਿਸੇ ਕਾਰਨ ਕਰਕੇ ਕੁਝ ਅਖੰਡ ਪਾਠ 'ਤੇ ਬੈਠ ਗਏ, ਫਿਰ ਉੱਠੇ ਨਹੀਂ, ਸਿਰਫ ਜਲ ਵਰਤਾਉਣ ਲਈ ਬਸ। ਅਤੇ ਉੱਥੇ ਪਿੰਡ ਦੇ ਅੱਗੇ ਜਾ ਕੇ ਇੱਕ ਹੋਰ ਸਾਧੂ ਜਿਹਾ ਸੀਗਾ, ਉਹਨੇ ਵੀ ਕਿਹਾ ਮੈਂ ਵੀ ਕਰਦਾ। ਰੀਸ ਕੀਤੀ। ਇਹੋ ਜਿਹੇ ਕਰਮ ਤਾਂ ਹੁਕਮ 'ਚ ਹੁੰਦੇ ਹੈ, ਕਰਾ ਲਏ ਨਿਰੰਕਾਰ। ਔਰ ਹੱਠ ਵਿੱਚ ਨਹੀਂ ਹੈ, ਕਿਸੇ ਕੰਪੀਟੀਸ਼ਨ ਵਿੱਚ ਨਹੀਂ ਹੈ। ਅੱਜ ਕੱਲ੍ਹ ਤਾਂ ਨਾਮ ਅਭਿਆਸ ਵੀ ਅਸੀਂ ਬੱਚਿਆਂ ਨੂੰ ਵੀ ਕੰਪੀਟੀਸ਼ਨ ਦੇ ਜ਼ਰੀਏ ਸਿਖਾਉਂਦੇ ਹਾਂ। ਚਲੋ ਹੁਣ ਕੋਈ ਜ਼ਰੀਆ ਹੀ ਨਹੀਂ ਹੈ ਤਾਂ ਇਹੀ ਹੋ ਰਿਹਾ ਹੈ। ਨਹੀਂ ਤਾਂ ਨਾਮ ਦਾ ਰਸ ਕਿੱਥੇ ਆਏਗਾ ਫਿਰ? ਅਗਰ ਕੰਪੀਟੀਸ਼ਨ 'ਚੋਂ ਰਸ ਆਉਣਾ ਹੈ ਫਿਰ ਤਾਂ ਬੜੀ ਉਲਝਣ ਹੋ ਗਈ ਹੈ। ਦੇਖੋ ਨਾ, ਅਸੀਂ ਜਾ ਕਿਸ ਪਾਸੇ ਰਹੇ ਹਾਂ। ਸਾਨੂੰ ਨਾਮ ਰਸ ਨਹੀਂ ਹੈ, ਅਸੀਂ ਬੱਚਿਆਂ ਨੂੰ ਵੀ ਨਾਮ ਰਸ ਨਹੀਂ ਉਹਨਾਂ ਨੂੰ ਵੀ ਅਸੀਂ ਉਸ ਲੜ ਲਗਾ ਰਹੇ ਹਾਂ ਕਿ ਕੰਪੀਟ ਕਰਕੇ ਬਾਣੀ ਪੜ੍ਹੋ। ਇਹ ਤਾਂ ਬਿਲਕੁਲ ਹੀ ਤਮਾਸ਼ਾ ਹੀ ਹੋ ਗਿਆ ਹੈ। ਅਤੇ ਮੈਨੂੰ ਲੱਗਦਾ ਅਸੀਂ ਆਪ ਵੀ ਅਭਿਆਸ ਵਿੱਚ ਬੈਠੀਏ, ਆਨੰਦ ਵਿੱਚ ਆਈਏ, ਅਤੇ ਉਹ ਬੱਚੇ ਵੀ ਆਉਣ। ਜੇ ਕਿਸੇ ਨੂੰ ਆ ਜਾਏ ਤਾਂ ਉਹ ਸੰਗਤ ਦੀ ਘਾਟ ਹੋ ਗਈ ਨਾ। ਪੁਰਾਤਨ ਸਿੱਖ ਜਿਹੜਾ ਸੀ ਉਹ ਆਪਣੀ ਸ਼ਾਮ ਦੀ ਰਹਿਰਾਸ ਇਕੱਠੇ ਪੜ੍ਹਦੇ ਸੀ, ਤਾਂ ਕਿ ਆਪਸ ਦਾ ਸੁੱਖ ਦੁੱਖ ਸਾਂਝਾ ਹੋ ਜਾਏ। ਆਪਸ ਦਾ ਇੱਕ ਕਿਸੇ ਨੂੰ ਕੁਝ ਸ਼ੇਅਰ ਕਰਨਾ ਹੈ, ਕਿਸੇ ਨੂੰ ਸਪੋਰਟ ਚਾਹੀਦੀ ਹੈ। ਹੁਣ ਉਹ ਚਲਾ ਗਿਆ। ਘਰਾਂ ਦੇ ਦਰਵਾਜ਼ਿਆਂ ਦੇ ਦੀਵਾਰਾਂ ਦੇ ਅੰਦਰ ਹੀ ਸਾਰੀ ਸੰਗਤ ਚੱਲਦੀ ਹੈ। ਇਹ ਨੁਕਸਾਨ ਹੈ। ਮਹਾਰਾਜ ਕਹਿ ਰਹੇ ਨੇ ਕਿ ਫਿਰ ਇਹ ਜਿਹੜੀ ਅਵਸਥਾ ਹੈ, ਜਿਹੜੀ ਮਿਲ ਜਾਂਦੀ ਹੈ ਕਈਆਂ ਨੂੰ, ਉਹਦੀ ਲੋਕ ਰੀਸ ਵੀ ਕਰਦੇ ਹੈ। ਰੀਸ ਤਾਂ ਹੁਣ ਪੰਜਾਬ ਵਿੱਚ ਦੇਖਣ ਦੀ ਲੋੜ ਹੀ ਨਹੀਂ ਹੈ। ਉੱਥੇ ਤਾਂ ਬਸ ਚੋਗਾ ਸਵਾਓ ਅਤੇ ਬਾਬੇ ਬਣ ਜਾਓ। ਉਹ ਤਾਂ ਸਭ ਚੱਲਦਾ ਹੈ ਉੱਥੇ ਕੰਮ। ਇੱਥੇ ਵੀ ਇਸੇ ਤਰ੍ਹਾਂ ਹੀ ਹੈ। ਮਾੜਾ ਜਿਹਾ ਕੋਈ ਅਡੰਬਰ ਜਿਹਾ ਕਰਦੇ, ਗੁਰੂ ਜੀ ਬਣ ਜਾਂਦੇ। ਨਾ ਸਾਨੂੰ ਗਿਆਨ ਹੈ ਗੁਰੂ ਕੀ ਹੈ, ਨਾ ਸਾਨੂੰ ਗਿਆਨ ਹੈ ਲੱਭ ਕੀ ਰਹੇ ਹਾਂ। ਬੜੀ ਹੀ ਮੈਨੂੰ ਲੱਗਦਾ ਇਸ ਮਾਰਕੀਟ ਵਿੱਚ ਤਾਂ ਧੋਖਾ ਬਿਲਕੁਲ ਹੀ ਹੈ। ਅਗਰ ਇਹਨੂੰ ਮਾਰਕੀਟ ਗਿਣੀਏ, ਬਾਜ਼ਾਰ ਹੈ, ਹੋਰ ਕੁਛ ਨਹੀਂ ਹੈ। ਇਹਨਾਂ ਲੋਕਾਂ ਨੂੰ ਧਰਮ ਔਰ ਸਪਿਰਚੁਅਲਿਟੀ ਨਾਲ ਕਿਤਨਾ ਕੁ ਹੈ? ਕੁਛ ਵੀ ਨਹੀਂ ਹੈ। ਇਹ ਸਭ ਮਨ ਦੀ ਅੰਦਰ ਦੀ ਖੇਡ ਹੈ। ਜੋ ਅਸੀਂ ਮਨ ਵਿੱਚ ਉਤਰਾਂਗੇ ਤਾਂ ਹੀ ਸਮਝ ਪਾਵਾਂਗੇ। ਬਿਨਾਂ ਮਨ ਨੂੰ ਸੁਲਝਾਏ ਅਸੀਂ ਵੀ ਉਲਝਣ 'ਚ ਪਏ ਰਹਾਂਗੇ। ਮਹਾਰਾਜ ਕਹਿੰਦੇ ਨੇ ਕਿ ਸੁਣ ਗੱਲਾਂ ਆਕਾਸ਼ ਕੀ, ਕੀਟਾ ਆਈ ਰੀਸ। ਕਈ ਲੋਕ ਇਹੋ ਜਿਹੇ ਨੇ ਜਿਹੜੀ ਇਹ ਗੱਲਾਂ ਸੁਣਦੇ ਨੇ ਬਸ, ਬਈ ਉਹ ਸਾਧ ਇਸ ਤਰ੍ਹਾਂ ਹੋ ਗਿਆ, ਇਹ ਅਭਿਆਸ ਹੋ ਗਿਆ, ਤਾਂ ਫਿਰ ਉਹਦੀ ਰੀਸ ਕਰਨ ਲੱਗ ਪੈਂਦੇ ਹੈ ਕਿ ਜੀ ਸਾਨੂੰ ਵੀ ਗਿਆਨ ਹੈਗਾ ਹੈ, ਇੱਥੇ ਕੋਈ ਗੱਲ ਹੀ ਨਹੀਂ ਹੈ। ਇਹ ਕਹਿ ਰਹੇ ਨੇ ਸਾਹਿਬ ਬੜਾ ਧੋਖਾ ਹੈ। ਇਹ ਕੀਟਾ ਆਈ ਰੀਸ, ਇਹ ਕੀੜੇ ਵਰਗੇ ਤਾਂ ਇਨਸਾਨ ਨੂੰ ਕਿਵੇਂ ਕਹਾਂਗੇ? ਜਿਹੜਾ ਨਜ਼ਰ ਤੋਂ ਓਝਲ ਹੈ। ਜੇ ਕੀੜੇ ਨੂੰ ਵੀ ਨਜ਼ਰ ਹੈ ਤਾਂ ਵੀ ਉਹ ਬੜੀ ਪ੍ਰਾਪਤੀ ਹੈ।
ਪਰ ਜਿਸ ਨੂੰ ਇਨਸਾਨ ਨੂੰ ਵੀ ਨਜ਼ਰ ਨਹੀਂ, ਉਹ ਕੀੜੇ ਤੋਂ ਵੀ ਗਏ ਗੁਜ਼ਰਾ ਹੈ। ਅਤੇ ਇਹੋ ਜਿਹੇ ਕੀੜੇ ਨੇ ਜਿਹੜੇ ਰੀਸ ਕਰਦੇ ਨੇ ਫਿਰ ਉਸ ਅਵਸਥਾ ਦੇ, ਜਿਹੜੀ ਅਵਸਥਾ ਤੁਹਾਨੂੰ ਸਭ ਤੋਂ ਪ੍ਰਾਪਤ ਨਹੀਂ ਹੁੰਦੀ, ਪਰ ਕਈਆਂ ਨੂੰ ਹੈ ਪ੍ਰਾਪਤ। ਕੋਈ ਵੀ ਕੌਮ ਨਹੀਂ ਹੈ ਜਿੱਥੇ ਅਭਿਆਸ ਕਰਨ ਵਾਲੇ ਡੂੰਘੇ ਅਭਿਆਸੀ ਨਾ ਹੋਣ। ਜਿਨ੍ਹਾਂ ਕੋਲ ਗਿਆਨ ਹੈ ਉਹ ਅਵਸਥਾ ਵਾਲੇ ਜ਼ਰੂਰ ਲੋਕ ਹੁੰਦੇ ਨੇ, ਸਾਨੂੰ ਨਹੀਂ ਲੱਭਦੇ, ਉਹ ਗੱਲ ਅਲੱਗ ਹੈ। ਲੱਭਣ ਜਾਣਾ ਵੀ ਨਹੀਂ ਚਾਹੀਦਾ। ਮਹਾਰਾਜ ਕਹਿੰਦੇ ਨੇ ਕੂੜੀਆਂ ਗੱਲਾਂ ਨੇ ਸਾਰੀਆਂ। ਜਿਹੜੇ ਇਹ ਲੋਕ ਇਸ ਤਰ੍ਹਾਂ ਵਿਚਾਰ ਰੱਖਦੇ ਹੈ, ਉਹਨਾਂ ਦੀ ਗੱਲ ਪੂਰੀ ਕੂੜੀ ਹੈ। ਔਰ ਚਿੰਤਾ ਵਾਲੇ, ਸ਼ੇਖੀ ਵਾਲੇ ਲੋਕ, ਇਹੋ ਜਿਹੀ ਸ਼ੇਖੀਆਂ ਮਾਰਨਾ, ਠੀਸ ਸ਼ੇਖੀ ਮਾਰਨਾ, ਕੂੜੀ ਕੂੜੇ ਠੀਸ, ਇਹੋ ਜਿਹੇ ਲੋਕ ਜਿਹੜੇ ਸ਼ੇਖੀਆਂ ਮਾਰਦੇ ਨੇ, ਉਹ ਕੂੜ ਵਿੱਚ ਹੀ ਖੇਡਦੇ ਨੇ। ਨਾਮ ਅਭਿਆਸ ਇੱਕ ਅੰਤਰ ਦੀ ਗੱਲ ਹੈ, ਇਸ ਨੂੰ ਅੰਤਰ ਹੀ ਰੱਖਣੀ ਚਾਹੀਦੀ ਹੈ। ਇਹਨੂੰ ਬਾਹਰ ਇਹਦੀ ਗੱਲ ਵੀ ਨਹੀਂ ਕਰਨੀ ਚਾਹੀਦੀ। ਜਾਪ ਜਿਹੜਾ ਹੈ, ਜਦੋਂ ਅਸੀਂ ਇਹਦੇ 'ਚ ਉਤਰਾਂਗੇ ਤਾਂ ਇਹ ਜ਼ਬਾਨ ਤੋਂ ਸ਼ੁਰੂ ਕਰਕੇ ਫਿਰ ਇਹ ਅੰਤਹਿ ਮਨ ਵਿੱਚ ਉਤਰ ਜਾਏਗਾ। ਇਹ ਬਹੁਤ ਛੋਟੀ ਪੌੜੀ ਹੈ, ਜ਼ਿਆਦਾ ਵਿਚਾਰ ਇਹਦੇ ਵਿੱਚ ਨਹੀਂ ਹੈ ਹੁਣ। ਇਸ ਕਰਕੇ ਇਤਨੀ ਵਿਚਾਰ ਅੱਜ ਦੀ ਪੌੜੀ ਦੀ ਆਪ ਪ੍ਰਵਾਨ ਕਰੋ। ਕੋਈ ਇਹਦੇ ਵਿੱਚ ਸੰਸ਼ੋਧਨ ਕਰਨਾ ਚਾਹਣ ਤਾਂ ਜੀ ਆਇਆਂ ਨੂੰ। ਪਰ ਇੱਕ ਲਾਈਨ ਰਹਿ ਗਈ, ਮੈਂ ਛੱਡ ਦਿੱਤੀ, ਸੌਰੀ। ਨਾਨਕ ਨਦਰੀ ਪਾਈਏ ਕੂੜੀ ਕੂੜੇ ਠੀਸ। ਇਹ ਉਹਦੀ ਨਜ਼ਰ ਦੀ ਖੇਡ ਹੈ। ਮਹਾਰਾਜ ਕਹਿੰਦੇ ਸਭ ਕੁਝ ਉਹਦੀ ਨਜ਼ਰ ਨਾਲ ਮਿਲਦਾ ਹੈ। ਜਿਸ ਨੂੰ ਉਹ ਨਜ਼ਰ ਕਰੇਗਾ ਉਹੀ ਇਹ ਛਾਲ ਮਾਰ ਪਾਏਗਾ, ਇਸ ਮਨ ਤੋਂ ਉਸ ਮਨ ਤੱਕ। ਇਸ ਤਰ੍ਹਾਂ ਨਹੀਂ ਹੈ ਕਿ ਕਿਸੇ ਦੇ ਕਹਿਣ ਨਾਲ ਕਿਸੇ ਨੂੰ ਮਿਲ ਗਿਆ ਹੋਏ। ਤਾਂ ਮਹਾਰਾਜ ਕਹਿੰਦੇ ਨੇ ਕੂੜੇ ਉਹ ਲੋਕ ਨੇ, ਕੂੜੀ ਉਹਨਾਂ ਦੀ ਸ਼ੇਖੀਆਂ ਨੇ। ਇਸ ਬਿਰਤੀ ਨੂੰ, ਇਸ ਅਵਸਥਾ ਨੂੰ ਪ੍ਰਾਪਤ ਕਰਨ ਵਾਲੇ ਉਹੀ ਨੇ ਜਿਨ੍ਹਾਂ ਕੋਲ ਨਜ਼ਰ ਵੀ ਹੈ ਨਾਲ। ਅਗਰ ਮੇਰੇ ਕਰਨ ਨਾਲ ਰੱਬ ਮਿਲਦਾ ਹੁੰਦਾ ਤਾਂ ਫਿਰ ਉਹ ਮੇਰੀ ਬਿੱਤ ਦੇ ਅੰਦਰ ਹੈ, ਮਤਲਬ ਮੇਰੀ ਸ਼ਮਤਾ ਦੇ ਅੰਦਰ ਹੈ। ਫਿਰ ਉਹ ਨਿਰੰਕਾਰ ਜੋ ਹਰ ਜਗ੍ਹਾ ਹਾਜ਼ਰ ਸ਼ਕਤੀ ਹੈ, ਉਹ ਕਿਸ ਤਰ੍ਹਾਂ ਹੋ ਸਕਦਾ ਹੈ? ਕਿਉਂਕਿ ਉਹ ਤਾਂ ਮੇਰੀ ਬਣਤ ਦੇ ਵਿੱਚ ਆ ਗਿਆ। ਤਾਂ ਫਿਰ ਤੋਂ ਜਿਹੜੀ ਚੀਜ਼ ਮੇਰੀ ਬਣਤ 'ਚ ਆ ਗਈ, ਉਹ ਮੇਰੇ ਤੋਂ ਪਾਰ ਨਹੀਂ, ਮੇਰੇ ਤੋਂ ਜ਼ਿਆਦਾ ਨਹੀਂ ਹੋ ਸਕਦੀ। ਇਸ ਕਰਕੇ ਮੇਰੇ ਕਰਨ ਨਾਲ ਨਹੀਂ ਹੁੰਦਾ ਕੁਛ ਵੀ, ਮੇਰੀ ਤਿਆਰੀ ਨਾਲ ਹੋਏਗਾ। ਮਨ ਦੀ, ਮਨ ਨੂੰ ਸ਼ਾਂਤੀ ਤੱਕ ਲੈ ਜਾਣਾ ਸਾਡਾ ਕੰਮ ਹੈ। ਫਿਰ ਨਜ਼ਰ ਉਸ ਦੀ ਹੋਏਗੀ। ਨਾਮ ਦਾ ਜਿਹੜਾ ਰਸ ਆਏਗਾ, ਇਹ ਉਹਦੇ ਮਿਲਣ ਤੋਂ ਆਏਗਾ। ਇੱਕ ਡਾਕਟਰ ਓਪਨ ਹਾਰਟ ਸਰਜਨ ਸਾਡੇ ਰਿਸ਼ਤੇਦਾਰ ਵਿੱਚ ਸਨ, ਅਤੇ ਉਹ ਮੈਨੂੰ ਕਹਿੰਦੇ ਸੀ ਮੈਂ ਕਿਤਨੇ ਓਪਨ ਹਾਰਟ ਸਰਜਰੀ ਕੀਤੀਆਂ। ਮੈਨੂੰ ਲੱਗਦਾ ਕਿ ਜਦ ਤੱਕ ਮੈਂ ਇਹਨੂੰ ਸੀ ਦਿੰਦਾ ਵਾਪਸ ਹਾਰਟ ਨੂੰ, ਤਦ ਤੱਕ ਤਾਂ ਮੈਂ ਕਰ ਰਿਹਾ। ਪਰ ਇਹ ਜਿਹੜਾ ਧੜਕਣਾ ਸ਼ੁਰੂ ਹੁੰਦਾ ਹਾਰਟ, ਇਹ ਮੇਰੇ ਵਿੱਤ ਵਿੱਚ ਥੋੜ੍ਹੀ ਹੈ। ਮੈਂ ਤਾਂ ਹੈਰਾਨ ਰਹਿ ਜਾਂਦਾ ਕਿ ਇਹ ਮੈਂ ਤਾਂ ਜੋ ਕਰ ਰਿਹਾ, ਇਹ ਤਾਂ ਸਿਰਫ ਇਹਨੂੰ ਸੀ ਦਿੱਤਾ ਮੈਂ, ਪਰ ਇਹਦੇ 'ਚ ਸ਼ਕਤੀ ਕਿੱਥੋਂ ਆ ਰਹੀ ਹੈ? ਅਤੇ ਮੈਂ ਤਾਂ ਨਹੀਂ ਪਾ ਸਕਦਾ। ਇਹ ਤਾਂ ਉਹਦੀ ਕੋਈ ਨਜ਼ਰ ਹੈ ਜਿਹਦੇ ਨਾਲ ਇਹ ਧੜਕਦਾ ਹੈ। ਦੇਖੋ ਕਿੰਨੀ ਪਿਆਰੀ ਗੱਲ ਹੈ। ਇਸ ਤਰ੍ਹਾਂ ਹੀ ਜੀਵਨ ਹੈ ਮਹਾਰਾਜ। ਇਹ ਹੁਣ ਅੱਜ ਕੱਲ੍ਹ ਕੋਵਿਡ ਚੰਗਾ ਚੱਲਦਾ ਹੈ, ਨਹੀਂ ਤਾਂ ਨਾਮ ਅਭਿਆਸ ਦੀ ਅਸੀਂ ਲਹਿਰ ਵਧਾਈਏ। ਅੰਮ੍ਰਿਤ ਵੇਲੇ ਦੀ ਗੱਲ ਸੰਗਤ ਨੂੰ ਅਸੀਂ ਹੋਰ ਤਰ੍ਹਾਂ ਦੱਸੀ, ਪਰ ਅਭਿਆਸ ਸਾਡਾ ਤਾਂ ਸੂਰਜ ਚੜ੍ਹਨ ਤੋਂ ਪਹਿਲਾਂ ਮੁੱਕ ਜਾਂਦਾ ਹੈ। ਇਸੇ ਤਰ੍ਹਾਂ ਅਸੀਂ ਕਮਾਇਆ, ਅਸੀਂ ਐਸੇ ਨੂੰ ਜਾਣਿਆ, ਉਸੇ ਦਾ ਰਸ ਜਾਣਿਆ। ਸੰਤ ਅਤਰ ਸਿੰਘ ਜੀ ਕਹਿੰਦੇ ਸੀ ਕਿ ਜਿਵੇਂ ਕੋਈ
ਇੱਕ ਕਿਲੋ ਘਿਓ ਖਾ ਲੇ। ਪਿੰਡਾਂ ਵਿੱਚ ਜੱਟਾਂ ਵਿੱਚ ਆਦਤ ਘਿਓ ਦੀ ਬੜੀ ਪਾਵਰ ਮੰਨੀ ਜਾਂਦੀ ਹੈ, ਇਸ ਕਰਕੇ ਉਹ ਇਸ ਤਰ੍ਹਾਂ ਸਮਝਾਉਂਦੇ ਸਨ। ਗੱਲ ਕੀ ਹੈ ਕਿ ਜੀਵਨ ਨੂੰ ਅਸੀਂ ਆਪਣੀ ਚੋਇਸ ਕਰਕੇ ਤੋਰਨਾ ਹੈ। ਜਿੱਥੇ ਸਾਡਾ ਧਿਆਨ ਜਾਏਗਾ ਉੱਥੇ ਜੀਵਨ ਜਾਏਗਾ। ਔਰ ਜੇ ਅਸੀਂ ਆਪਣੀ ਪਰੇਸ਼ਾਨੀਆਂ ਵੱਲ ਹੀ ਧਿਆਨ ਕਰਦੇ ਰਹਾਂਗੇ ਤਾਂ ਅਸੀਂ ਆਪਣੀ ਪਰੇਸ਼ਾਨੀਆਂ ਨੂੰ ਹੀ ਬੁਲਾਉਂਦੇ ਰਹਾਂਗੇ ਵਾਪਸ। ਸਾਨੂੰ ਕੁਝ ਹੋਰ ਕਰਨ ਦੀ ਲੋੜ ਹੈ। ਮਨ ਨੂੰ ਸ਼ਾਂਤ ਕਰਕੇ ਅਭਿਆਸ ਵਿੱਚ ਉਤਰਨ ਦੀ ਲੋੜ ਹੈ। ਰਸ ਲੈਣ ਦੀ ਲੋੜ ਹੈ ਨਾ, ਕੁਝ ਥੋੜ੍ਹੀ ਹੋਰ ਉਧਰ ਦੀ, ਉਸ ਪਾਤਾਲ ਦੀ ਵੀ ਤਾਂ ਰਸ ਲੈਣ ਦੀ ਲੋੜ ਹੈ। ਉਸ ਰਸ ਤੋਂ ਫਿਰ ਬਹੁਤ ਕੁਝ ਹੱਲ ਹੋ ਜਾਏਗਾ। ਪ੍ਰੇਮ ਹੀ ਚਮਤਕਾਰ ਹੈ ਦੁਨੀਆ ਦਾ, ਜਾਣਿਆ ਜਾਏ ਤੇ ਇਸ ਤਰ੍ਹਾਂ ਹੀ ਚਮਤਕਾਰ ਹੈ। ਇਸ ਪੌੜੀ ਦੀ ਵਿਚਾਰ ਆਪ ਪ੍ਰਵਾਨ ਕਰੋ। ਜੇ ਕੋਈ ਕੁਛ ਵਿਚਾਰ ਰੱਖਣਾ ਚਾਹੇ ਜਾਂ ਸੋਧਣਾ ਚਾਹੇ। ਬਹੁਤ ਧੰਨਵਾਦ। ਵਾਹਿਗੁਰੂ ਜੀ।